दसो रंजन। मेरा कोर्स बस खुला भी नहीं चैप्टर। कंपटीशन ऑफ प्रॉफिट ऑफ बिजनेस, ਕੰਪੀਟੀਸ਼ਨ ਆਫ ਪ੍ਰੋਫਿਟ ਆਫ ਬਿਜ਼ਨਸ ਔਰ ਪ੍ਰੋਫੈਸ਼ਨ। ਜਿਹੜਾ ਅਸੀਂ ਬਿਜ਼ਨਸ ਦੇ ਵਿੱਚ ਪ੍ਰੋਫਿਟ ਜਾਂ ਪ੍ਰੋਫੈਸ਼ਨ ਦੇ ਵਿੱਚ ਪ੍ਰੋਫਿਟ ਦੇਖਦੇ ਹਾਂ ਕਿੱਦਾਂ ਕੈਲਕੂਲੇਟ ਹੁੰਦਾ। ਸਭ ਤੋਂ ਪਹਿਲਾਂ ਤਾਂ ਸਾਨੂੰ ਦੇਖਣਾ ਪੈਂਦਾ ਵੀ ਅਕਾਊਂਟਿੰਗ ਮੈਥਡ ਦੇ ਅਕੋਰਡਿੰਗ ਜਿਹੜਾ ਸਾਡਾ ਮੀਨਸ ਅਕਾਊਂਟਸ ਦਾ ਫਾਈਨਾਂਸ ਅਕਾਊਂਟ ਦਾ ਮੈਥਡ ਹੈ ਉਸ ਦੇ ਅਕੋਰਡਿੰਗ ਅਸੀਂ ਪ੍ਰੋਫਿਟ ਐਂਡ ਲਾਸ ਫਾਈਂਡ ਕਰਦੇ ਹਾਂ। ਉਹਦਾ ਜੋ ਪ੍ਰੋਫਿਟ ਆਉਂਦਾ ਸੀ ਉਹ ਲੈਣੇ ਹੈਗੇ। ਸੈਕਿੰਡ ਨੂੰ ਲਿਖਿਆ ਵੀ ਓਨਲੀ ਦੋਜ਼ ਐਕਸਪੈਂਸਿਵ ਐਂਡ ਲਾਸਿਸ ਆਰ ਅਲਾਊਡ ਟੂ ਡਿਡਕਸ਼ਨ ਵਿਚ ਆਰ ਇਨਕਰਡ ਇਜ਼ ਡਿਊਰਿੰਗ ਦੀ ਰੈਲੇਵੈਂਟ ਈਅਰ ਪ੍ਰੀਵੀਅਸ ਈਅਰ ਰਿਲੇਟਡ ਟੂ ਬਿਜ਼ਨਸ। ਪ੍ਰੋਫਿਟ ਐਂਡ ਲਾਸ ਦੇ ਵਿੱਚ ਉਹੀ ਖਰਚੇ ਕਹਿੰਦਾ ਨਾਲ ਲੈ ਜਾਂਦੇ ਨੇ ਜਿਹੜੇ ਬਿਜ਼ਨਸ ਅਲਾਉਡ ਹੁੰਦੇ ਨੇ ਔਰ ਪਿਛਲੇ ਸਾਲ ਦੇ ਵਿੱਚ ਕੀਤੇ ਹੁੰਦੇ ਨੇ। ਜੀ ਨਹੀਂ ਕਹਿ ਸਕਦੇ ਵੀ ਅਸੀਂ ਇਸ ਸਾਲ ਦੀ ਖਰਚੇ ਕਿੰਨੇ ਉਹ ਵੀ ਲੈ ਲਾਂਗੇ ਜਾਂ ਉਸ ਤੋਂ ਪਿਛਲੇ ਸਾਲ ਦੇ, ਸਿਰਫ ਪਿਛਲੇ ਸਾਲ ਦੀ। These losses and expenses should be in operation to the business। ਜਿੰਨੇ ਵੀ ਤੁਸੀਂ ਕਹਿੰਦਾ ਖਰਚੇ ਜਾਂ ਲੋਸ ਪਾਉਂਗੇ ਉਹ ਹਮੇਸ਼ਾ ਬਿਜ਼ਨਸ ਦੇ ਰਿਲੇਟਡ ਹੀ ਹੋਣੇ ਚਾਹੀਦੇ ਨੇ। ਕਹਿੰਦਾ ਬਿਜ਼ਨਸ ਹੈਜ਼ ਬੀਨ ਡਿਸਕੰਟੀਨਿਊਡ ਬਿਫੋਰ ਦੀ ਕਮੈਂਸਮੈਂਟ ਆਫ ਦ ਪ੍ਰੀਵੀਅਸ। ਅਗਰ ਤੁਹਾਡਾ ਬਿਜ਼ਨਸ ਕਹਿੰਦਾ ਬੰਦ ਹੋ ਗਿਆ ਪਿਛਲਾ ਈਅਰ ਸਟਾਰਟ ਹੋਣ ਤੋਂ ਪਹਿਲਾਂ ਹੀ, ਤੁਸੀਂ ਫਿਰ ਵੀ ਪ੍ਰੋਫਿਟ ਐਂਡ ਲਾਸ ਵਿੱਚ ਦਿਖਾ ਰਹੇ ਹੋ ਖਰਚੇ ਵੀ ਸਾਡੇ ਪਿਛਲੇ ਸਾਲ 'ਚ ਹੋਏ ਨੇ ਖਰਚੇ, ਉਹ ਖਰਚੇ ਨਹੀਂ ਵੈਲਿਡ ਨਹੀਂ ਮੰਨੇ ਜਾਣਗੇ। ਅਗਰ ਤੁਹਾਡਾ ਬਿਜ਼ਨਸ ਰਨਿੰਗ ਕੰਡੀਸ਼ਨ ਦੇ ਵਿੱਚ ਹੋਊਗਾ ਫਿਰ ਤੁਸੀਂ ਉਹ ਖਰਚੇ ਪਿਛਲੇ ਸਾਲ ਵਾਲੇ ਪਾ ਸਕਦੇ ਹੋ ਪ੍ਰੋਫਿਟ ਐਂਡ ਲਾਸ ਦੇ ਵਿੱਚ। ਤੁਸੀਂ ਕਹੋ ਵੀ ਮੈਂ ਅਗਲੇ ਸਾਲ ਫਿਰ ਦੁਬਾਰਾ ਫਿਰ ਉਹਨਾਂ ਨੂੰ ਯੂਜ਼ ਕਰ ਲੂੰਗਾ, ਇਦਾਂ ਦਾ ਕੁਝ ਨਹੀਂ ਹੋਣ ਵਾਲਾ ਹੈਗਾ। ਅਗਰ ਤੁਹਾਡਾ ਬਿਜ਼ਨਸ ਰਨਿੰਗ ਕੰਡੀਸ਼ਨ 'ਚ ਤਾਂ ਤੁਸੀਂ ਉਹ ਖਰਚੇ ਪਾਓਗੇ। देयर आर सम एसेंशियल एक्सपेंसिव। कुछ कहना अलग तो खर्चे भी होंगे ने ਜਿਹੜੇ ਕਹਿੰਦਾ ਅਲਾਉਡ ਜਾਂ ਫਿਰ ਡਿਸਅਲਾਉਡ ਵੀ ਹੁੰਦੇ ਨੇ। ਪ੍ਰੋਫਿਟ ਐਂਡ ਲਾਸ ਬਿਜ਼ਨਸ ਅਸੀਂ ਦੇਖਣਾ ਪੈਂਦਾ ਵੀ ਸਾਡੇ ਪ੍ਰਿੰਸੀਪਲ ਦੇ ਅਕੋਰਡਿੰਗ ਸਾਨੂੰ ਦੇਖਣਾ ਪਏਗਾ ਵੀ ਕਿਹੜੇ ਖਰਚੇ ਸਾਡੇ ਅਲਾਉਡ ਨੇ ਅਸੀਂ ਪ੍ਰੋਫਿਟ ਐਂਡ ਲਾਸ ਦੇ ਵਿੱਚ ਪਾ ਲਾਂਗੇ। ਉਸ ਤੋਂ ਬਾਅਦ ਹੈਗਾ ਡਿਡਕਸ਼ਨ ਕੈਨ ਬੀ ਮੇਡ ਫਰਮ ਦ ਇਨਕਮ ਬਿਜ਼ਨਸ ਓਨਲੀ ਵਿਚ ਆਰ ਐਕਸਪੈਂਸਿਵ ਔਰ ਇਨਕਰਡ। ਅਸੀਂ ਹਮੇਸ਼ਾ ਵੀ ਕਹਿੰਦਾ ਖਰਚੇ ਉੱਥੋਂ ਦੇਖਾਂਗੇ ਜਿੱਥੇ ਸਾਨੂੰ ਇਨਕਮ ਵੀ ਹੋਈ ਹੋਊਗੀ। ਤੁਹਾਡੇ ਬਿਜ਼ਨਸ ਇਨਕਮ ਹੋਵੇ ਨਾ ਤੁਸੀਂ ਖਰਚੇ ਹੀ ਖਰਚੇ ਪਾਉਂਦੇ ਚਲੇ ਜਾ ਰਹੇ ਹੋ, ਇਦਾਂ ਦਾ ਕੁਝ ਹੋਊਗਾ ਨਹੀਂ। 10.5 ਹੋਊਗੀ ਠੀਕ ਹੈ ਜੀ। ਉਸ ਤੋਂ ਬਾਅਦ ਲਿਖਿਆ ਗਿਆ ਰੂਲ ਫॉर ਐਡਜਸਟਮੈਂਟ ਪ੍ਰੋਫਿਟ। ਜਿਹੜਾ ਕਹਿੰਦਾ ਅਸੀਂ ਕੋਈ ਵੀ ਪ੍ਰੋਫਿਟ ਐਂਡ ਲਾਸ ਅਕਾਊਂਟ ਬਣਾ ਲੈਂਦਾ। ਐਗਜ਼ਾਮਪਲ ਤੁਸੀਂ ਫਾਈਨੈਂਸ਼ੀਅਲ ਅਕਾਊਂਟ ਦੇ ਵਿੱਚ ਪ੍ਰੋਫਿਟ ਐਂਡ ਲਾਸ ਤਾਂ ਤੁਹਾਨੂੰ ਸਭ ਨੂੰ ਬਣਾਉਣਾ ਆਉਂਦਾ ਹੈਗਾ। ਕੁਝ ਖਰਚੇ ਇਦਾਂ ਦੇ ਵੀ ਹੁੰਦੇ ਨੇ ਪ੍ਰੋਫਿਟ ਐਂਡ ਲਾਸ ਅਕਾਊਂਟ ਦੇ ਵਿੱਚ ਅਲਾਉਡ ਨਹੀਂ ਹੋਏ ਹੁੰਦੇ। ਜਦੋਂ ਅਸੀਂ ਬਿਜ਼ਨਸ ਫਰੋਮ ਇਨਕਮ ਕਰਨੀ ਹੈ ਨਾ ਫਾਈਂਡ, ਤਾਂ ਸਾਨੂੰ ਉਹ ਵਾਲੇ ਖਰਚੇ ਦੇਖਣੇ ਪੈਣਗੇ ਵੀ ਕਿਹੜੀ ਚੀਜ਼ਾਂ ਅਸੀਂ ਐਡ ਕਰਨੀ ਹੈ ਕਿਹੜੀ ਚੀਜ਼ਾਂ ਮਾਈਨਸ। ਅਗਰ ਪ੍ਰੈਕਟੀਕਲ ਕੁਐਸਚਨ ਸਾਨੂੰ ਆ ਜਾਂਦਾ ਇਸੇ ਬੇਸ ਤੇ ਹੀ ਆਊਗਾ। ਇਹ ਪੁਆਇੰਟ ਸਾਨੂੰ ਮਾਈਂਡ 'ਚ ਰੱਖਣੇ ਪੈਣਗੇ ਵੀ ਕੀ ਐਡ ਹੋ ਰਿਹਾ ਔਰ ਕੀ ਮਾਈਨਸ ਹੋ ਰਿਹਾ। ਕਿਉਂਕਿ ਸਾਨੂੰ ਕੁਐਸਚਨ ਦੇ ਵਿੱਚ ਇਹ ਤਾਂ ਦੱਸ ਦਿੱਤਾ ਹੋਊਗਾ ਵੀ ਸਾਨੂੰ ਪ੍ਰੋਫਿਟ ਐਂਡ ਲਾਸ ਅਕਾਊਂਟ ਦੇ ਵਿੱਚ ਇੰਨਾ ਪ੍ਰੋਫਿਟ ਹੋਇਆ। ਉਸ ਤੋਂ ਬਾਅਦ ਤੁਸੀਂ ਐਡ ਕੀ ਕਰਨਾ ਹੈ ਕੀ ਮਾਈਨਸ ਕਰਨਾ ਹੈ ਕਿੱਦਾਂ ਉਹਦੇ ਵਿੱਚ ਟੈਕਸ ਐਡ ਕਰਨਾ ਹੈ ਉਹ ਸਾਨੂੰ ਚੈੱਕ ਕਰਨਾ ਹੋਊਗਾ। ਦੇਖੋ ਕੁਝ ਪੁਆਇੰਟ ਲਿਖੇ ਹੋਣੇ। ਸਭ ਤੋਂ ਪਹਿਲਾਂ those expensive and losses which are charged to profit and loss account but not allowed under income tax act should be added to the profit and loss shown by the profit and loss account prepared by the assessee। ਉਹ ਖਰਚੇ ਕਹਿੰਦੇ ਜਿਹੜਾ ਪ੍ਰੋਫਿਟ ਐਂਡ ਲਾਸ ਅਕਾਊਂਟ ਦੇ ਵਿੱਚ ਦਿਖਾਏ ਜਾਂਦੇ ਹੈਗੇ ਨੇ ਲੇਕਿਨ ਇਨਕਮ ਟੈਕਸ ਵੱਲੋਂ ਅਲਾਉਡ ਨਹੀਂ ਹੁੰਦੇ ਹੈਗੇ। ਤੁਹਾਨੂੰ ਐਗਜ਼ਾਮਪਲ ਕੋਈ ਪ੍ਰੋਫਿਟ ਐਂਡ ਲਾਸ ਅਕਾਊਂਟ ਬਣ ਕੇ ਆ ਜਾਊਗਾ ਪੇਪਰ ਦੇ ਵਿੱਚ, ਕੁਝ ਵੀ ਉਹਦੇ ਵਿੱਚ ਐਂਟਰੀਆਂ ਆ ਰਹੀਆਂ, ਉਹਨਾਂ ਨੇ ਤੁਹਾਡਾ ਨੀਚੇ ਦਿਖਾ ਦਿੱਤਾ ਹੋਊਗਾ ਵੀ ਨੈਟ ਪ੍ਰੋਫਿਟ ਇੰਨਾ ਹੈ। ਉਹ ਪ੍ਰੋਫਿਟ ਐਂਡ ਲਾਸ ਅਕਾਊਂਟ ਇਹ ਨਹੀਂ ਹੁੰਦਾ ਕਿ ਉਹਨਾਂ ਨੇ ਬਿਲਕੁਲ ਕੈਲਕੂਲੇਸ਼ਨ ਕਰਕੇ ਸਹੀ ਬਣਾ ਕੇ ਦਿੱਤਾ ਹੋਊਗਾ। ਤੁਹਾਨੂੰ ਨੀਚੇ ਦਿੱਤਾ ਨੀਚੇ ਉਹਨਾਂ ਨੇ ਤੁਹਾਨੂੰ ਪ੍ਰੋਫਿਟ ਦਿੱਤਾ ਹੋਊਗਾ। ਉਹਦੇ ਵਿੱਚ ਕੁਝ ਐਂਟਰੀ ਇਦਾਂ ਦੇ ਖਰਚੇ ਹੋਣਗੇ ਜਦੋਂ ਅਸੀਂ ਆਪਣੇ ਜਿੰਨਾ ਅਸੀਂ ਫਾਈਨੈਂਸ਼ੀਅਲ ਅਕਾਊਂਟਸ ਕੀਤਾ ਉਹਦੇ ਵਿੱਚ ਅਸੀਂ ਖਰਚੇ ਦੇਖੇ ਕਿ ਉਹ ਵਾਲੇ ਖਰਚੇ ਉਹਨਾਂ ਵਿੱਚ ਅਸੀਂ ਕਦੀ ਪਾਏ ਨਹੀਂ ਹੋਣੇ। ਐਗਜ਼ਾਮਪਲ ਕੋਈ ਵੀ ਲੈ ਲਈਏ ਜਿਵੇਂ ਹਾਂਜੀ ਇਨਕਮ ਐਗਜ਼ਾਮਪਲ ਜਿਵੇਂ ਹੋ ਗਿਆ ਇਨਕਮ ਟੈਕਸ। ਇਨਕਮ ਟੈਕਸ ਮੈਨੂੰ ਲੱਗਦਾ ਅਸੀਂ ਕਦੀ ਪਾਉਂਦੇ ਨਹੀਂ ਹੈਗੇ ਪ੍ਰੋਫਿਟ ਐਂਡ ਲਾਸ ਦੇ ਵਿੱਚ। ਖਰਚਿਆਂ ਦੇ ਵਿੱਚ ਤਾਂ ਨਹੀਂ ਕਦੀ ਪਾਉਂਦੇ ਹੈਗੇ ਨਾ। ਨਹੀਂ ਕੈਪੀਟਲ ਉਹ ਜੋ ਪੈਂਦਾ ਐਸੈਟਸ, ਹਾਂ ਉਹ ਅਸੀਂ ਨਹੀਂ ਪਾਉਂਦੇ ਹੈਗੇ। ਇਦਾਂ ਦਾ ਖਰਚਾ ਹੋ ਗਿਆ। ਉਸ ਤੋਂ ਬਾਅਦ ਹਾਊਸ ਹੋਲਡ ਐਕਸਪੈਂਸਿਵ ਖਰਚੇ ਕਦੀ ਵੀ ਅਸੀਂ ਫਾਈਨੈਂਸ਼ੀਅਲ ਅਕਾਊਂਟ ਜਦੋਂ ਬਣਾਉਂਦੇ ਇਦਾਂ ਦੇ ਨਹੀਂ ਪਾਉਂਦੇ ਹੈਗੇ। ਜਾਂ ਫਿਰ ਲਾਈਫ ਇੰਸ਼ੋਰੈਂਸ ਪ੍ਰੀਮੀਅਮ ਹੋ ਗਿਆ। ਸਿਰ ਪਾਣੇ ਲਾਈਫ ਇੰਸ਼ੋਰੈਂਸ ਜੋ ਇੰਟਰਸਟ ਮਿਲਦਾ। ਓਕੇ ਮਤਲਬ ਇਦਾਂ ਦੇ ਖਰਚੇ ਅੱਗੇ ਐਂਟਰੀ ਆਣੀ ਹੈਗੀ ਆਪਾਂ ਦੇਖ ਲੈਂਦੇ ਹਾਂ। ਉਹਦੇ ਵਿੱਚੋਂ ਸਿੰਪਲ ਨਾਮ ਮੇਰੇ ਖਿਆਲ ਜਿਹੜੇ ਖਰਚੇ ਆਪਾਂ ਨਹੀਂ ਪਾਏ ਹੋਣਗੇ ਉਹ ਅਸੀਂ ਐਡ ਕਰਨੇ ਨੇ। ਜਿਹੜੀਆਂ ਸਾਡੀਆਂ ਇਨਕਮਸ ਹੋਈਆਂ ਹੁੰਦੀਆਂ ਨੇ ਜਿਹੜੀਆਂ ਅਸੀਂ ਉਹਦੇ ਵਿੱਚ ਯੂਜ਼ ਨਹੀਂ ਕਰਦੇ ਹੈਗੇ ਪ੍ਰੋਫਿਟ ਐਂਡ ਲਾਸ ਦੇ ਵਿੱਚ, ਉਹ ਸਾਨੂੰ ਉਹਦੇ ਵਿੱਚੋਂ ਮਾਈਨਸ ਕਰਨੇ ਨੇ। ਉਹ ਚੀਜ਼ਾਂ ਅਸੀਂ ਦੇਖਾਂਗੇ ਵੀ ਕਿਹੜੀਆਂ ਨੇ ਤਾਂ ਉਸ ਦੇ ਅਕੋਰਡਿੰਗ ਸਾਡੀ ਇਨਕਮ ਨਿਕਲ ਕੇ ਆਉਂਦੀ ਹੈ ਬਿਜ਼ਨਸ ਦੀ। ਇਹ ਸਾਰੇ ਫਿਰ ਬੈਲੈਂਸ ਸ਼ੀਟ 'ਚ ਪੈਂਦੇ ਨੇ ਜਿੱਦਾਂ ਹਾਂਜੀ ਜਿਹੜੇ ਬੈਲੈਂਸ ਸ਼ੀਟ ਦੇ ਵਿੱਚ ਹੁੰਦੇ ਨੇ ਅਸੀਂ ਇਹਨਾਂ ਨੂੰ ਨਾਲ ਲੈ ਕੇ ਆਣਾ ਬਿਜ਼ਨਸ ਦੇ ਵਿੱਚ ਦਿਖਾਣਾ ਹੁੰਦਾ ਸਾਨੂੰ ਵੀ ਆ ਸਾਡਾ ਬਿਜ਼ਨਸ ਦੇ ਵਿੱਚ ਪ੍ਰੋਫਿਟ ਐਕਚੁਅਲ ਦੇ ਵਿੱਚ ਇਹਨਾਂ ਨਿਕਲ ਕੇ ਆ ਰਹੇ। ਉਸ ਤੋਂ ਬਾਅਦ ਇਫ ਐਨੀ ਐਡਮਿਸਿਬਲ ਐਕਸਪੈਂਸਿਵ ਆਰ ਓਮਿਟਡ ਫਰਮ ਪ੍ਰੋਫਿਟ ਐਂਡ ਲਾਸ ਅਕਾਊਂਟ। ਕੁਝ ਕਹਿੰਦਾ ਜਿਹਨਾਂ ਨੂੰ ਪਰਮਿਸ਼ਨਸ ਹੁੰਦੀਆਂ ਵੀ ਆ ਖਰਚੇ ਪੈਣੇ ਚਾਹੀਦੇ ਨੇ ਲੇਕਿਨ ਪ੍ਰੋਫਿਟ ਐਂਡ ਲਾਸ ਅਕਾਊਂਟ ਦੇ ਵਿੱਚੋਂ ਓਮਿਟਡ ਹੁੰਦੇ ਨੇ ਮਤਲਬ ਕਿ ਹਟਾਏ ਹੁੰਦੇ ਨੇ, ਸਾਨੂੰ ਨਹੀਂ ਪਾਏ ਹੁੰਦੇ। ਸਾਨੂੰ ਬਿਜ਼ਨਸ ਪ੍ਰੋਫਿਟ ਫਾਈਂਡ ਕਰਨਾ ਹੋਵੇ ਨਾਲ ਐਡ ਕਰਨੇ ਪੈਂਦੇ ਨੇ ਉਹ ਖਰਚੇ। ਉਸ ਤੋਂ ਬਾਅਦ ਕੁਝ ਇਨਕਮ ਜਿਹੜੀਆਂ ਪ੍ਰੋਫਿਟ ਐਂਡ ਲਾਸ ਅਕਾਊਂਟ ਦੇ ਵਿੱਚੋਂ ਹਟਾਈਆਂ ਹੁੰਦੀਆਂ ਨੇ ਸਾਨੂੰ ਉਹ ਵੀ ਕਹਿੰਦਾ ਪਾਣੀਆਂ ਨੇ। ਸੱਚ ਇਨਕਮਸ ਹੈਵ ਬੀਨ ਕ੍ਰੈਡਿਟਡ ਟੂ ਦ ਪ੍ਰੋਫਿਟ ਐਂਡ ਲਾਸ ਅਕਾਊਂਟ ਵਿਚ ਆਰ ਆਈਦਰ ਨਾਟ ਟੈਕਸੇਬਲ ਅੰਡਰ ਪ੍ਰੋਫਿਟ ਐਂਡ ਹੈਸ। ਕਹਿੰਦਾ ਕੁਝ ਇਨਕਮ ਜਿਹੜੀ ਤੁਸੀਂ ਪ੍ਰੋਫਿਟ ਐਂਡ ਲਾਸ ਅਕਾਊਂਟ ਵਿੱਚ ਪਾਈਆਂ ਹੋਈਆਂ ਲੇਕਿਨ ਇਸ ਹੈਡ ਦੇ ਅੰਡਰ ਨਹੀਂ ਆਉਂਦੀ ਹੈਗੀਆਂ, ਤੁਸੀਂ ਉਹ ਇਨਕਮਸ ਮਾਈਨਸ ਵੀ ਕਰਨੀ ਹੈਗੀਆਂ ਨੇ। ਦੇਖੋ ਅੱਗੇ ਦਿਖਾਇਆ ਵੀ ਹੈਗਾ ਉਹਨਾਂ ਨੇ ਕਿਹੜੇ ਕਿਹੜੇ ਖਰਚੇ ਹੋਣਗੇ। ਦ ਅਬਵ ਮੈਂਸ਼ਨ ਰੂਲ ਕੈਨ ਬੀ ਇਲਸਟ੍ਰੇਟਿਵ ਵਿਦ ਦੀ ਹੈਲਪ ਆਫ ਫੋਲੋਇੰਗ ਸਟੇਟਮੈਂਟਸ। ਕਹਿੰਦਾ ਜਿਹੜਾ ਤੁਸੀਂ ਉੱਪਰ ਰੂਲ ਪੜਿਆ ਹੈਗਾ ਕੁਝ ਇਹਨਾਂ ਨੇ ਸਟੇਟਮੈਂਟ ਲਿਖੀ ਹੈਗੀ ਉਸ ਦੇ ਅਕੋਰਡਿੰਗ ਸਾਨੂੰ ਕਲੀਅਰ ਹੋ ਜਾਊਗਾ ਵੀ ਕਿਹੜੀ ਚੀਜ਼ ਅਸੀਂ ਐਡ ਕਰਨੀ ਕਿਹੜੀ ਚੀਜ਼ ਮਾਈਨਸ ਕਰਨੀ ਹੈ। ਪ੍ਰੋਫਿਟ ਐਂਡ ਲਾਸ ਅਕਾਊਂਟ ਦੇ ਅਕੋਰਡਿੰਗ ਸਾਡੇ ਕੋਲ ਪਹਿਲਾਂ ਬੈਲੈਂਸ ਪ੍ਰੋਫਿਟ ਐਂਡ ਲਾਸ ਦਾ ਆ ਜਾਏਗਾ, ਫਿਰ ਉਹਦੇ ਵਿੱਚ ਐਡ ਹੋਣਗੇ ਐਕਸਪੈਂਸਿਵ ਔਰ ਲੂਸਿਸ ਡਿਸ ਅਲਾਉਡ ਬਟ ਚਾਰਜ ਇਨ ਪ੍ਰੋਫਿਟ ਐਂਡ ਲਾਸ ਅਕਾਊਂਟਸ।
ਜਿਹੜੇ ਖਰਚੇ ਕਹਿੰਦਾ ਡਿਸਅਲਾਉਡ ਹੁੰਦੇ ਨੇ ਪ੍ਰੋਫਿਟ ਐਂਡ ਲਾਸ ਅਕਾਊਂਟ ਦੇ ਵਿੱਚ ਤੁਸੀਂ ਐਡ ਕੀਤੇ ਹੋਏ ਨੇ, ਪਹਿਲਾਂ ਤੁਸੀਂ ਉਹਨਾਂ ਨੂੰ ਐਡ ਕਰੋਗੇ, ਕਿਉਂਕਿ ਤੁਸੀਂ ਤਾਂ ਆਪਣਾ ਪ੍ਰੋਫਿਟ ਐਂਡ ਲਾਸ ਉਹਨਾਂ ਨੂੰ ਖਰਚੇ ਪਾ ਮਤਲਬ ਜੋ ਇਸ਼ੂ ਨਹੀਂ ਜਿਹੜੇ ਹੁੰਦੇ ਨਹੀਂ ਹੈਗੇ ਪ੍ਰੋਫਿਟ ਐਂਡ ਲਾਸ ਅਕਾਊਂਟ ਦੇ ਵਿੱਚ, ਲੇਕਿਨ ਫਿਰ ਵੀ ਤੁਸੀਂ ਕਹਿੰਦਾ ਤੁਹਾਨੂੰ ਕੁਐਸਚਨ ਦੇ ਵਿੱਚ ਮਿਲ ਗਏ ਉਹ ਖਰਚੇ, ਉਹ ਤੁਸੀਂ ਖਰਚੇ ਸਾਰੇ ਐਡ ਕਰੋਗੇ ਇਹਦੇ ਵਿੱਚ। ਇਨਕਮ ਟੈਕਸੇਬਲ ਐਸ ਬਿਜ਼ਨਸ ਇਨਕਮ ਬਟ ਨਾਟ ਕ੍ਰੈਡਿਟ ਟੂ, ਜਿਹੜੀਆਂ ਇਨਕਮਸ ਹੁੰਦੀਆਂ ਨੇ ਲੇਕਿਨ ਪ੍ਰੋਫਿਟ ਐਂਡ ਲਾਸ ਅਕਾਊਂਟ ਤੇ ਤੁਸੀਂ ਸ਼ੋ ਹੀ ਨਹੀਂ ਕੀਤੀ ਹੈਗੀਆਂ, ਉਹ ਵਾਲੀ ਵੀ ਤੁਸੀਂ ਐਡ ਕਰੋਗੇ ਇਹਦੇ ਵਿੱਚ। ਐਕਸਪੈਂਸਿਵ ਇਨ ਐਕਸੈਸ, ਤੁਹਾਡੇ ਕੋਲ ਕੁਝ ਖਰਚੇ ਕਹਿੰਦਾ ਐਕਸੈਸ ਦੇ ਵਿੱਚ ਦਿਖਾ ਦਿੱਤੇ ਜਾਂਦੇ ਹੈਗੇ ਨੇ, ਜਾਂ ਕਈ ਵਾਰ ਤੁਸੀਂ ਕੋਈ ਖਰਚਾ ਪਾਇਆ ਹੀ ਨਹੀਂ ਹੈਗਾ ਪ੍ਰੋਪਰ, ਉਹਨੂੰ ਤੁਸੀਂ ਐਡ ਕਰੋਗੇ, ਜਿਵੇਂ ਅਮਾਉਂਟ ਡਿਫਰੈਂਸ ਆ ਗਿਆ ਅਮਾਉਂਟ ਦਾ, ਉਹ ਵਾਲੀ ਚੀਜ਼। ਅੰਡਰ ਵੈਲਿਊਏਸ਼ਨ ਆਫ ਕਲੋਜ਼ਿੰਗ ਸਟਾਕ ਜਾਂ ਫਿਰ ਓਪਨਿੰਗ ਸਟਾਕ, ਤੁਹਾਡੀ ਕੋਈ ਵੀ ਕਲੋਜ਼ਿੰਗ ਸਟਾਕ ਦੀ ਵੈਲਿਊ ਜਾਂ ਫਿਰ ਓਪਨਿੰਗ ਸਟਾਕ ਦੀ ਵੈਲਿਊ ਤੁਸੀਂ ਘੱਟ ਪਾਈ ਹੈ, ਜਾਂ ਫਿਰ ਵੈਲਿਊ ਦੇ ਅਕੋਰਡਿੰਗ ਦਿਖਾਇਆ ਕੁਝ ਹੋਰ ਹੈ, ਲਿਖਿਆ ਕੁਝ ਹੋਰ ਹੋਇਆ, ਉਸ ਦੇ ਅਕੋਰਡਿੰਗ ਐਂਟਰੀ ਤੁਹਾਨੂੰ ਪਾਣੀ ਪਏਗੀ। ਮਾਈਨਸ ਕੀ ਕਰਨਾ ਤੁਸੀਂ ਉਸ ਤੋਂ ਬਾਅਦ, ਐਕਸਪੈਂਸਿਵ ਔਰ ਲੋਸਿਸ ਅਲਾਉਡ ਬਟ ਡੈਬਿਟ ਟੂ ਦੀ ਪ੍ਰੋਫਿਟ ਐਂਡ ਲਾਸ, ਜਿਹੜੇ ਕਹਿੰਦਾ ਤੁਹਾਨੂੰ ਅਲਾਉਡ ਹੈਗੇ ਨੇ ਤੁਸੀਂ ਪਹਿਲਾਂ ਤੋਂ ਹੀ ਕਹਿੰਦਾ ਉਹਨਾਂ ਨੂੰ ਡੈਬਿਟ ਬਟ ਨੋਟ ਡੈਬਿਟ, ਤੁਸੀਂ ਉਹਨਾਂ ਨੂੰ ਪਹਿਲਾਂ ਐਂਟਰੀਆਂ ਪਾਈਆਂ ਨਹੀਂ ਹੈਗੀਆਂ। ਐਗਜ਼ਾਮਪਲ ਕੋਈ ਜਿਵੇਂ ਸੈਲਰੀ ਦਾ ਖਰਚਾ ਹੋ ਗਿਆ, ਅਲਾਉਡ ਹੁੰਦਾ ਸੈਲਰੀ ਐਕਸਪੈਂਸ ਤਾਂ ਪੈਂਦਾ, ਅਸੀਂ ਉਹ ਪਾਇਆ ਨਹੀਂ, ਫਿਰ ਤੁਸੀਂ ਉਹ ਮਾਈਨਸ ਕਰੋਗੇ, ਕਿਉਂਕਿ ਤੁਹਾਡਾ ਜਿਹੜਾ ਹੁਣ ਜਦੋਂ ਪ੍ਰੋਫਿਟ ਐਂਡ ਲਾਸ ਬਣਾ ਰਹੇ ਆ, ਪ੍ਰੋਫਿਟ ਜਿਹੜੀ ਚੀਜ਼ ਐਡ ਹੋਣਗੀਆਂ ਉਹ ਤਾਂ ਪ੍ਰੋਫਿਟ ਹੋ ਗਿਆ, ਉਹਦੇ ਵਿੱਚ ਆਪਣੇ ਖਰਚੇ ਮਾਈਨਸ ਹੀ ਹੋਣਗੇ, ਮੀਨ ਜਿਹੜੇ ਖਰਚੇ ਤੁਹਾਡੇ ਪੈਣ ਵਾਲੇ ਸੀ ਉਹ ਤੁਸੀਂ ਨਹੀਂ ਪਾਏ ਤਾਂ ਉਹਨਾਂ ਨੂੰ ਕਹਿੰਦਾ ਮਾਈਨਸ ਕਰ ਲਓ। ਇਨਕਮ ਨੋਟ ਟੈਕਸੇਬਲ ਐਸ ਬਿਜ਼ਨਸ, ਜਿਹੜੀ ਇਨਕਮ ਕਹਿੰਦਾ ਤੁਹਾਡੀ ਟੈਕਸੇਬਲ ਆਫ ਬਿਜ਼ਨਸ ਦੀ ਨਹੀਂ ਹੈ, ਲੇਕਿਨ ਫਿਰ ਵੀ ਉਹ ਤੁਹਾਡੀ ਇਨਕਮ ਪਈ ਹੋਈ ਹੈ, ਤੁਸੀਂ ਉਹਨੂੰ ਵੀ ਮਾਈਨਸ ਕਰ ਲਓ ਉਹਦੇ ਵਿੱਚੋਂ। ਇਨਕਮ ਐਗਜ਼ੰਪਟ, ਤੁਹਾਡੀ ਇਨਕਮ ਕੋਈ ਐਗਜ਼ੰਪਟ ਹੈ, ਮੀਨ ਜਿਹਦੇ ਉੱਪਰ ਕੋਈ ਟੈਕਸ ਨਹੀਂ ਲੱਗਦਾ ਹੈ, ਗਵਰਨਮੈਂਟ ਨੇ ਉਹਨੂੰ ਛੋਟ ਦਿੱਤੀ ਹੋਈ, ਜਿਵੇਂ ਸੈਕਸ਼ਨ 86 ਦੇ ਵਿੱਚ ਅਸੀਂ ਕੁਝ ਇਨਕਮਸ ਪੜ੍ਹੀਆਂ ਸੀਗੀਆਂ, ਤਾਂ ਇਦਾਂ ਦੀ ਕੋਈ ਇਨਕਮ ਹੈਗੀ ਤੁਸੀਂ ਉਹਨੂੰ ਵੀ ਕਹਿੰਦਾ ਮਾਈਨਸ ਕਰ ਲਓ। ਓਵਰ ਵੈਲਿਊਏਸ਼ਨ, ਜਾਂ ਤੁਹਾਡਾ ਕਲੋਜ਼ਿੰਗ ਸਟਾਕ ਦੀ ਵੈਲਿਊ ਜਾਂ ਫਿਰ ਪ੍ਰੋਫਿਟ ਐਂਡ ਓਪਨਿੰਗ ਸਟਾਕ ਦੀ ਵੈਲਿਊ ਤੁਸੀਂ ਜ਼ਿਆਦਾ ਪਾਈ ਹੋਈ ਹੈ, ਐਕਚੁਅਲ ਜੋ ਨਹੀਂ ਹੈ ਨਹੀਂ, ਉਹਨੂੰ ਵੀ ਮਾਈਨਸ ਕਰੋ। ਟੈਕਸੇਬਲ ਇਨਕਮ ਫਰਮ ਬਿਜ਼ਨਸ ਪ੍ਰੋਫੈਸ਼ਨ, ਜਿੰਨੀਆਂ ਵੀ ਤੁਹਾਡੀਆਂ ਬਿਜ਼ਨਸ ਐਂਡ ਪ੍ਰੋਫੈਸ਼ਨ ਟੈਕਸੇਬਲ ਇਨਕਮ ਹੋਣਗੀਆਂ ਉਹ ਵੀ ਤੁਸੀਂ ਉਹਦੇ ਚੋਂ ਮਾਈਨਸ ਕਰੋਗੇ। ਇਹਨਾਂ ਨੂੰ ਐਗਜ਼ਾਮਪਲ ਦੇਣੀ ਚਾਹੀਦੀ, ਐਗਜ਼ਾਮਪਲ ਨਾਲ ਅੱਗੇ ਕੁਐਸਚਨ ਅੱਗੇ ਆਣਾ ਹੈ, ਫਿਰ ਆਪਾਂ ਉਹਦੇ ਦੇਖ ਲਾਂਗੇ ਨਾਲ, ਠੀਕ ਹੈ, ਪ੍ਰੈਕਟੀਕਲ ਦੇ ਵਿੱਚ। ਉਸ ਤੋਂ ਬਾਅਦ ਸਪੈਸੀਫਿਕ ਡਿਡਕਸ਼ਨ ਅੰਡਰ ਦੇ ਇਨਕਮ ਟੈਕਸ ਐਕਟ, ਕਿਹੜੀਆਂ ਛੂਟਸ ਹੁੰਦੀਆਂ ਜਿਹੜੀਆਂ ਸਾਨੂੰ ਇਨਕਮ ਟੈਕਸ ਦੇ ਵਿੱਚ ਸਾਨੂੰ ਮਿਲਦੀਆਂ ਨੇ। ਸਭ ਤੋਂ ਪਹਿਲਾਂ ਰੈਂਟ, ਰੇਟ, ਟੈਕਸ, ਰਿਪੇਅਰ, ਇੰਸ਼ੋਰੈਂਸ ਆਫ ਬਿਲਡਿੰਗ, ਜਿੰਨੇ ਕਿਸੇ ਵੀ ਪ੍ਰਕਾਰ ਦੀ ਤੁਸੀਂ ਰਿਪੇਅਰ ਕਰਵਾ ਰਹੇ ਹੋ ਉਹ ਸਾਰੀ ਤੁਹਾਡੀ ਪ੍ਰੋਫਿਟ ਐਂਡ ਲਾਸ ਚੋਂ ਮਾਈਨਸ ਹੁੰਦੀ ਹੈਗੀ ਹੈ। ਉਸ ਤੋਂ ਬਾਅਦ ਰਿਪੇਅਰ ਐਂਡ ਇੰਸ਼ੋਰੈਂਸ ਆਫ ਮਸ਼ੀਨਰੀ, ਤੁਸੀਂ ਪਲਾਂਟ, ਮਸ਼ੀਨਰੀ ਜਾਂ ਫਰਨੀਚਰ ਦੀ ਕੋਈ ਇੰਸ਼ੋਰੈਂਸ ਕਰਵਾਈ ਹੈ ਜਾਂ ਫਿਰ ਉਹਦੀ ਰਿਪੇਅਰ ਕਰਵਾਈ ਹੈ, ਇਹ ਵੀ ਮਾਈਨਸ ਸਾਡਾ ਖਰਚਾ ਹੁੰਦਾ, ਸਾਨੂੰ ਡਿਡਕਸ਼ਨ ਚ ਮਿਲਦਾ ਹੈ। ਫਿਰ ਉਸ ਤੋਂ ਬਾਅਦ ਡੈਪਰੀਸ਼ੀਏਸ਼ਨ ਦਾ ਖਰਚਾ ਵੀ ਸਾਡਾ ਹਮੇਸ਼ਾ ਪ੍ਰੋਫਿਟ ਐਂਡ ਲਾਸ ਦੇ ਵਿੱਚੋਂ ਮਾਈਨਸ ਹੁੰਦਾ ਹੈਗਾ। ਡੈਪਰੀਸ਼ੀਏਸ਼ਨ ਕਿਸੇ ਵੀ ਬੇਸ ਨਾਲ ਲਗਾਈ ਹੋਵੇ, ਚਾਹੇ ਰਿਟਨ ਡਾਊਨ ਨਾਲ ਚਾਹੇ ਫਿਕਸ ਨਾਲ। ਉਸ ਤੋਂ ਬਾਅਦ ਟੈਂਜੀਬਲ ਐਸੈਟਸ, ਇਨਟੈਂਜੀਬਲ ਐਸੈਟਸ ਅਕਵਾਇਰਡ ਆਫਟਰ 31st 1998, ਮੱਲੀ 31 ਮਾਰਚ 1998 ਤੋਂ ਬਾਅਦ ਜਿੰਨੀਆਂ ਵੀ ਤੁਹਾਡੀਆਂ ਐਸੈਟਸ ਨੇ, ਚਾਹੇ ਟੈਂਜੀਬਲ ਨੇ ਚਾਹੇ ਇਨਟੈਂਜੀਬਲ ਐਸੈਟਸ ਨੇ, ਉਹਨਾਂ ਨੂੰ ਤੁਸੀਂ ਕੋਈ ਵੀ ਰਿਪੇਅਰ ਕਰਵਾ ਰਹੇ ਹੋ ਜਾਂ ਫਿਰ ਇੰਸ਼ੋਰੈਂਸ ਕਰਵਾ ਰਹੇ ਹੋ, ਉਹਦੇ ਉੱਪਰ ਕੋਈ ਵੀ ਤੁਹਾਡਾ ਖਰਚਾ ਲੱਗ ਰਿਹਾ ਹੈਗਾ ਤਾਂ ਤੁਸੀਂ ਉਹਨਾਂ ਨੂੰ ਵੀ ਮਾਈਨਸ ਕਰੋਗੇ। ਡੈਪਰੀਸ਼ੀਏਸ਼ਨ ਇਜ਼ ਅਵੇਲੇਬਲ ਔਨ ਟੈਂਜੀਬਲ ਐਜ਼ ਵੈਲ ਐਜ਼ ਇਨਟੈਂਜੀਬਲ, ਡੈਪਰੀਸ਼ੀਏਸ਼ਨ ਕਹਿੰਦਾ ਸਾਡੇ ਕੋਲ ਜਿਹੜੀ ਵੀ ਟੈਂਜੀਬਲ ਐਸੈਟਸ ਤੇ ਅਵੇਲੇਬਲ ਹੁੰਦੀ ਹੈ, ਡੈਪਰੀਸ਼ੀਏਸ਼ਨ ਹਮੇਸ਼ਾ ਟੈਂਜੀਬਲ ਐਸੈਟਸ ਤੇ ਹੀ ਲੱਗਦੀ ਹੁੰਦੀ ਹੈ। ਡੈਪਰੀਸ਼ੀਏਸ਼ਨ ਤੁਸੀਂ ਕਹੋਗੇ ਮੈਂ ਗੁੱਡਵਿਲ ਤੇ ਡੈਪਰੀਸ਼ੀਏਸ਼ਨ ਲਗਾਉਂਗਾ, ਉਦਾਂ ਲੱਗਦੀ ਨਹੀਂ ਹੈਗੀ, ਇੰਟੈਂਜੀਬਲ ਤੇ ਐਸੈਟਸ ਤੇ ਨਹੀਂ ਹੁੰਦੀ ਡੈਪਰੀਸ਼ੀਏਸ਼ਨ। ਹਾਂਜੀ, ਐਸੈਟਸ ਜਿੰਨੀਆਂ ਵੀ ਸਾਡੇ ਕੋਲ ਹੋ ਗਈਆਂ ਜਿਹੜੀਆਂ ਬਿਜ਼ਨਸ ਅਸੀਂ ਯੂਜ਼ ਕਰਦੇ ਹਾਂ, ਫਿਕਸ ਐਸੈਟਸ। ਉਸ ਤੋਂ ਬਾਅਦ ਸਾਡੇ ਕੋਲ ਹੈਗਾ ਜੀ ਐਕਸਪੈਂਸਿਵ ਔਨ ਸਾਇੰਟੀਫਿਕ ਰਿਸਰਚ, ਅਸੀਂ ਕਿਸੇ ਪ੍ਰਕਾਰ ਦੀ ਕੋਈ ਸਾਇੰਟੀਫਿਕ ਰਿਸਰਚ ਕਰਦੇ ਹੈਗੇ, ਸਾਡਾ ਕੋਈ ਖਰਚਾ ਆਉਂਦਾ ਕੰਪਨੀ ਦੇ ਵਿੱਚ, ਉਹ ਵੀ ਸਾਡਾ ਪ੍ਰੋਫਿਟ ਐਂਡ ਲਾਸ ਦੇ ਵਿੱਚ ਮਾਈਨਸ ਹੋਏਗਾ। ਫਿਰ ਸਾਡੇ ਕੋਲ ਉਸ ਤੋਂ ਬਾਅਦ ਖਰਚਾ ਲਿਖਿਆ ਹੈਗਾ ਅਮੋਰਟਾਈਜੇਸ਼ਨ ਆਫ ਪ੍ਰੀਲਿਮਿਨਰੀ ਐਕਸਪੈਂਸਿਵ, ਜਿਹੜੀਆਂ ਸਾਡੇ ਪ੍ਰੀਲਿਮਿਨਰੀ ਐਕਸਪੈਂਸਿਵ ਹੁੰਦੇ, ਪ੍ਰੀਲਿਮਿਨਰੀ ਮੀਨਸ ਅਸੀਂ ਪਹਿਲਾਂ ਤੋਂ ਹੀ ਖਰਚੇ ਕੀਤੇ ਹੋਏ ਨੇ, ਅਗਰ ਸਾਨੂੰ ਬਿਜ਼ਨਸ ਦੇ ਵਿੱਚ ਅਰਾਊਂਡ ਕਈ ਵਾਰ ਇਹਦਾ ਬਿਜ਼ਨਸ ਸਟਾਰਟ ਕਰਨ ਦੇ ਸਾਡੇ ਖਰਚੇ ਲੱਗਦੇ ਹਨ, ਤਾਂ ਉਹ ਜਿਹੜੇ ਖਰਚੇ ਹੋਣਗੇ ਅਸੀਂ ਉਹ ਵੀ ਇਹਦੇ ਵਿੱਚੋਂ ਮਾਈਨਸ ਕਰ ਸਕਦੇ ਹਾਂ। ਲੇਕਿਨ ਉਹ ਹੁਣ ਦੇਖਣਾ ਪਏਗਾ ਵੀ ਸਾਡੀ ਕੁਆਲੀਫਾਈਂਗ ਨੇਚਰ ਦੇ ਵਿੱਚ ਹੋਣੇ ਚਾਹੀਦੇ ਨੇ, ਵੀ ਉਹ ਖਰਚੇ ਸਾਨੂੰ ਐਕਚੁਅਲ 'ਚ ਲੱਗਦਾ ਵੀ ਹਾਂ ਸਾਡੇ ਖਰਚੇ ਹੋਏ ਨੇ। ਤੁਸੀਂ ਇਦਾਂ ਦਾ ਕੋਈ ਖਰਚਾ ਉਈਓ ਕਹਿ ਦੋ ਵੀ ਸਾਡਾ ਖਰਚਾ ਬਿਜ਼ਨਸ ਸਟਾਰਟ ਕਰਨ 'ਚ ਹੋਇਆ ਸੀਗਾ, ਉਹ ਖਰਚਾ ਇਦਾਂ ਦਾ ਕੋਈ ਮਾਈਨਸ ਨਹੀਂ ਹੁੰਦਾ ਹੈਗਾ। ਬੋਨਸ ਔਰ ਕਮਿਸ਼ਨ, ਜੋ EMPLOYEES ਕਿਸੇ ਵੀ EMPLOYEE ਨੂੰ ਬੋਨਸ ਦੇ ਰਹੇ ਆ ਜਾਂ ਫਿਰ ਕਮਿਸ਼ਨ ਦੇ ਰਹੇ ਆ, ਇਹ ਸਾਰੇ ਪ੍ਰੋਫਿਟ ਐਂਡ ਲਾਸ ਚੋਂ ਮਾਈਨਸ ਹੁੰਦੇ ਨੇ। ਇੰਟਰਸਟ ਔਨ ਬੋਰੋਡ ਕੈਪੀਟਲ, ਕੋਈ ਵੀ ਅਸੀਂ ਉਧਾਰ ਤੇ ਪੈਸਾ ਲਿਆ ਹੋਇਆ ਜਾਂ ਕਿਸੇ ਤੋਂ ਕੈਪੀਟਲ ਲਈ ਹੋਈ ਆ, ਅਸੀਂ ਇੰਟਰਸਟ ਔਨ ਕੈਪੀਟਲ ਪ੍ਰੋਵਾਈਡ ਕਰਦੇ ਹਾਂ, ਜਾਂ ਲੋਨ ਦੇ ਉੱਪਰ ਇੰਟਰਸਟ ਹੁੰਦਾ ਅਸੀਂ ਉਹ ਪੇ ਕਰਦੇ ਹੈਗੇ ਆ, ਤਾਂ ਉਹ ਸਾਡੇ ਸਾਰੇ ਖਰਚੇ ਜਿਹੜੇ ਹੋਣਗੇ ਉਹ ਵੀ ਸਾਡੇ ਇਹਦੇ ਚੋਂ ਪ੍ਰੋਫਿਟ ਐਂਡ ਲਾਸ ਦੇ ਵਿੱਚੋਂ ਮਾਈਨਸ ਹੁੰਦੇ ਨੇ। ਸਪੈਸੀਫਿਕ ਡਿਸਅਲਾਉਐਂਸ, ਇਦਾਂ ਦੇ ਕਿਹੜੇ ਮੇਨ ਖਰਚੇ ਹੁੰਦੇ ਨੇ ਜਿਹੜੇ ਅਲਾਉਡ ਨਹੀਂ ਹੁੰਦੇ ਹੈਗੇ ਪ੍ਰੋਫਿਟ ਐਂਡ ਲਾਸ ਦੇ ਬਿਜ਼ਨਸ ਜਦੋਂ ਤੁਸੀਂ ਦੇਖਦੇ ਹੋ। ਦੇਖੋ ਲਿਖਿਆ ਐਕਸਪੈਂਸਿਵ ਡਿਸਅਲਾਉਡ, ਸਭ ਤੋਂ ਪਹਿਲਾਂ ਇੰਟਰਸਟ ਪੇਏਬਲ ਆਊਟਸਾਈਡ ਇੰਡੀਆ, ਅਗਰ ਤੁਸੀਂ ਕਹਿੰਦਾ ਇੰਡੀਆ ਤੋਂ ਬਾਹਰ ਕਿਸੇ ਪਰਸਨ ਨੂੰ ਅਲਾਉਡ ਕਰ ਰਹੇ ਹੋ ਵੀ ਇੰਟਰਸਟ ਦੇ ਰਹੇ ਹੈਗੇ ਹੋ, ਉਹ ਤੁਹਾਡਾ ਪ੍ਰੋਫਿਟ ਐਂਡ ਲਾਸ ਬਿਜ਼ਨਸ ਪ੍ਰੋਫੈਸ਼ਨ ਦਾ ਜਿਹੜਾ ਬਣੂਗਾ ਉਹਦੇ ਵਿੱਚੋਂ ਮਾਈਨਸ ਹੁੰਦਾ ਵੀ ਤੁਸੀਂ ਇਹਨੂੰ ਅਲਾਉ ਨਹੀਂ ਕਰ ਸਕਦੇ ਹੈਗੇ। TDS ਨੋਟ ਡਿਡਕਟਡ ਔਨ ਸਰਟਨ ਪੇਮੈਂਟਸ, ਜਿਹੜੀਆਂ ਕਹਿੰਦਾ ਤੁਸੀਂ ਲੈਂਦੇ ਹੋ TDS ਕੁਝ ਪੇਮੈਂਟ ਦੇ ਉੱਪਰ ਤੁਸੀਂ TDS ਕੱਟਿਆ ਹੋਇਆ ਹੁੰਦਾ ਹੀ ਨਹੀਂ, TDS ਕੱਟ ਕੇ ਤੁਸੀਂ ਕਹਿੰਦਾ ਪ੍ਰੋਫਿਟ ਐਂਡ ਲਾਸ ਦੇ ਵੀ ਨਹੀਂ ਦਿਖਾ ਸਕਦੇ, ਤਾਂ ਉਹ ਡਿਸਅਲਾਉਡ ਹੋਊਗਾ, ਤੁਸੀਂ ਉਹਨੂੰ ਐਡ ਨਹੀਂ ਕਰ ਸਕਦੇ ਹੈਗੇ ਜਿੰਨਾ ਤੁਸੀਂ ਪ੍ਰੋਫਿਟ ਐਂਡ ਲਾਸ ਬਣਾਉਣਾ ਹੈ। ਰੇਟ ਔਰ ਟੈਕਸ ਪੇਡ ਔਨ ਪ੍ਰੋਫਿਟ ਦੇ ਉੱਪਰ ਜਿੰਨਾ ਵੀ ਤੁਹਾਡਾ ਟੈਕਸ ਪੇ ਕੀਤਾ ਗਿਆ ਉਹਨਾਂ ਨੂੰ ਤੁਸੀਂ ਖਰਚੇ ਦੇ ਵਿੱਚ ਜਾਂ ਇਨਕਮ ਦੇ ਵਿੱਚ ਨਹੀਂ ਦਿਖਾਉਂਦੇ ਹੈਗੇ, ਉਹਦਾ ਤੁਹਾਡੀ ਕੈਪੀਟਲ ਦੇ ਵਿੱਚੋਂ ਮਾਈਨਸ ਹੁੰਦਾ ਹੈਗਾ, ਜਿਹੜੀ ਮੀਨਸ ਕੈਪੀਟਲ ਪਰਸਨਸ ਹੁੰਦੀ ਹੈ ਉਹਨਾਂ ਦੇ ਵਿੱਚੋਂ।
ਵੈਲਥ ਟੈਕਸ, ਕਿਸੇ ਪ੍ਰਕਾਰ ਦਾ ਕੋਈ ਤੁਸੀਂ ਵੈਲਥ ਟੈਕਸ ਜਿਵੇਂ ਕੋਈ ਪ੍ਰਾਪਰਟੀ ਟੈਕਸ ਹੋ ਗਿਆ ਜਾਂ ਆਪਣਾ ਇਨਕਮ ਟੈਕਸ ਕੁਝ ਵੀ ਤੁਸੀਂ ਭਰਿਆ ਹੈਗਾ ਉਹ ਥੋੜੀ ਕੈਪੀਟਲ ਦੇ ਵਿੱਚੋਂ ਮਾਈਨਸ ਹੋਣਾ, ਇੱਥੋਂ ਮਾਈਨਸ ਨਹੀਂ ਹੋਣਾ। ਸੈਲਰੀ ਨਾਲ ਲਿਖਿਆ, ਸੈਲਰੀ ਅਗਰ ਕਹਿੰਦਾ ਵੈਸੇ ਤਾਂ ਪੇਏਬਲ ਹੁੰਦੀ ਹੈ ਸੈਲਰੀ, ਲੇਕਿਨ ਤੁਸੀਂ ਸੈਲਰੀ ਕਹਿੰਦਾ ਆਊਟਸਾਈਡ ਇੰਡੀਆ ਪੇ ਕਰ ਰਹੇ ਹੋ ਤਾਂ ਉਹ ਤੁਹਾਡੀ ਇਹਦੇ ਵਿੱਚ ਨਹੀਂ ਆਣੀ ਹੈ। ਜਾਂ ਕਿਸੇ ਨੌਨ ਰੈਜ਼ੀਡੈਂਟ ਪਰਸਨ ਨੂੰ ਤੁਸੀਂ ਸੈਲਰੀ ਪੇ ਕਰ ਰਹੇ ਹੋ ਵੀ ਇੰਡੀਆ ਦਾ ਹੈ ਹੀ ਨਹੀਂ ਉਹ ਪਰਸਨ, ਫਿਰ ਤੁਸੀਂ ਉਹਨੂੰ ਆਪਣੇ ਹੈਡ ਦੇ ਵਿੱਚ ਨਹੀਂ ਲੈ ਸਕਦੇ। ਪੇਮੈਂਟ ਟੂ ਦੀ ਪ੍ਰੋਵੀਡੈਂਟ ਫੰਡ ਐਟਸੈਟਰਾ, ਪ੍ਰੋਵੀਡੈਂਟ ਫੰਡ ਦਾ ਟੈਕਸ ਦਾ ਮਤਲਬ ਹੋ ਗਿਆ ਵੀ ਜਿਹੜੀ ਬੈਨੀਫਿਟ ਲਈ ਹੁੰਦੇ ਆ ਪ੍ਰੋਵੀਡੈਂਟ ਫੰਡ ਦਾ ਬੈਨੀਫਿਟਸ ਸੈਲਰੀ ਦੇ ਵਿੱਚ ਨਹੀਂ। ਪ੍ਰੋਵੀਡੈਂਟ ਫੰਡ ਦਾ ਜਿਹੜਾ ਅਸੀਂ ਲੱਗ ਤੋਂ ਨਹੀਂ ਲੈ ਕੇ ਆਉਂਦੇ ਕਿਉਂਕਿ ਇਹ ਸੈਲਰੀ ਦੇ ਵਿੱਚ ਹੀ ਚਲੇ ਜਾਂਦਾ ਹੁੰਦਾ, ਸਾਡਾ ਸੈਲਰੀ ਐਕਸਪੈਂਸਿਵ ਦੇ ਵਿੱਚ ਹੁੰਦਾ ਸੀ, ਸੈਲਰੀ ਐਕਸਪੈਂਸਿਵ ਡੀਲ ਕਰਦੇ ਵੀ ਤੁਸੀਂ ਲੱਗ ਤੋਂ ਇਹਨੂੰ ਕਹੋਗੇ ਕਹਿੰਦਾ ਲੱਗ ਤੋਂ ਨਹੀਂ ਆਉਣਾ ਹੈਗਾ ਇਹਦੇ ਵਿੱਚ। ਉਸ ਤੋਂ ਬਾਅਦ ਟੈਕਸ ਔਨ ਨॉन ਮੋਨੇਟਰੀ ਪਰਕੁਇਸਟ, ਸਾਡੇ ਕੋਈ ਨॉन ਮੋਨੇਟਰੀ ਪਰਕੁਇਸਟ ਮੀਨਸ ਤੁਸੀਂ ਕਿਸੇ ਪ੍ਰਕਾਰ ਦੇ ਕੋਈ ਗਿਫਟ ਦਿੱਤੇ ਹੈਗੇ ਨੇ ਪੈਸੇ ਤੋਂ ਇਲਾਵਾ, ਤੁਸੀਂ ਕਹੋ ਵੀ ਸਾਡਾ ਉਹਦੇ ਉੱਪਰ ਟੈਕਸ ਲੱਗਿਆ ਹੈ ਕੰਪਨੀ ਦਾ ਵੀ ਮੀਨਸ ਇੰਪਲੋਈ ਨੂੰ ਪਰਕੁਇਸਟ ਵਗੈਰਾ ਦਿੰਦੇ ਨੇ ਜਿਵੇਂ ਗਿਫਟ ਵਗੈਰਾ ਦਿੰਦੇ ਨੇ। ਗਵਰਨਮੈਂਟ ਕੇ ਵੀ ਸਾਡਾ ਇਹਦੇ ਉੱਪਰ TDS ਕੱਟ ਹੋਇਆ ਜਾਂ ਮੀਨਸ ਗਵਰਨਮੈਂਟ ਕਹਿ ਰਿਹਾ ਸੌਰੀ ਕੰਪਨੀ ਕਹਿੰਦੀ ਵੀ ਸਾਡਾ TDS ਕੱਟ ਹੋ ਗਿਆ, ਸਾਡਾ TDS ਕੱਟ ਹੋਣਾ ਹੈ ਜਾਂ ਫਿਰ ਅਸੀਂ ਕੋਈ ਟੈਕਸ ਪੇ ਕਰ ਰਹੇ ਹੈਗੇ। ਇਦਾਂ ਦਾ ਕੋਈ ਵੀ ਟੈਕਸ ਕੰਪਨੀ ਖੁਦ ਹੀ ਸਫਰ ਕਰਦੀ ਹੈ, ਉਹਨੂੰ ਅਸੀਂ ਪ੍ਰੋਫਿਟ ਐਂਡ ਲਾਸ ਬਿਜ਼ਨਸ ਦੇ ਵਿੱਚੋਂ ਐਡ ਜਾਂ ਕੁਝ ਨਹੀਂ ਕਰਨ ਦਿੰਦੇ। ਪੇਮੈਂਟਸ ਟੂ ਦੀ ਪਾਰਟਨਰਸ, ਜਿੰਨੇ ਵੀ ਸਾਡੀ ਕੰਪਨੀ 'ਚ ਪਾਰਟਨਰ ਹੁੰਦੇ ਨੇ ਜਦੋਂ ਅਸੀਂ ਉਹਨਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਪੇਮੈਂਟਸ ਦਿੱਤੀਆਂ ਨੇ ਇਹਦਾ ਮਤਲਬ ਇਹ ਨਹੀਂ ਹੋਊਗਾ ਤੁਸੀਂ ਉਹਨੂੰ ਪ੍ਰੋਫਿਟ ਐਂਡ ਲਾਸ ਦੇ ਵਿੱਚ ਐਡ ਕਰ ਲਓਗੇ ਅਸੀਂ ਠੀਕ ਹੈ ਵੀ ਉਹਨੂੰ ਘਟਾ ਲਾਂਗੇ ਇਦਾਂ ਸਾਡਾ ਖਰਚਾ ਘੱਟ ਪ੍ਰੋਫਿਟ ਘੱਟ ਜਾਊਗਾ, ਇਦਾਂ ਦਾ ਨਹੀਂ ਹੈ। ਪੇਮੈਂਟਸ ਦਾ ਕੋਈ ਵੀ ਪ੍ਰੋਫਿਟ ਐਂਡ ਲਾਸ ਨਾਲ ਲੈਣ ਦੇਣਾ ਨਹੀਂ ਹੁੰਦਾ ਹੈਗਾ। ਪੇਮੈਂਟਸ ਬਾਈ ਐਸੋਸੀਏਸ਼ਨ ਆਫ ਪਰਸਨਸ ਬੋਡੀ ਆਫ ਇੰਡੀਵਿਜੂਅਲਸ ਮੀਨਸ ਤੁਸੀਂ ਕੋਈ ਵੀ ਸੰਸਥਾ ਨਾਲ ਜੁੜੇ ਹੋਏ ਹੋ ਉਹਨਾਂ ਨੂੰ ਤੁਸੀਂ ਕੋਈ ਪੇਮੈਂਟਸ ਵਗੈਰਾ ਦੇ ਰਹੇ ਹੋ ਉਹ ਵੀ ਤੁਹਾਡੇ ਖਰਚੇ ਨਹੀਂ ਮੰਨੇ ਜਾਂਦੇ ਮੀਨਸ ਤੁਸੀਂ ਉਹਨਾਂ ਨੂੰ ਤੁਹਾਡੇ ਨਾਲ ਕੰਮ ਹੀ ਤੁਹਾਡਾ ਉਹਨਾਂ ਨਾਲ ਚੱਲ ਰਿਹਾ ਹੈਗਾ, ਤੁਸੀਂ ਪਰਸਨਸ ਨੂੰ ਪੇਮੈਂਟ ਦੋਗੇ ਤਾਂ ਉਹ ਨਹੀਂ ਆਣਗੇ। ਉਸ ਤੋਂ ਬਾਅਦ ਹੈਗਾ ਐਕਸਪੈਂਸਿਵ ਰਿਸਟ੍ਰਿਕਟਡ, ਜਿਹੜੇ ਖਰਚੇ ਜੋ ਹੈ ਬਿਲਕੁਲ ਹੀ ਰਿਸਟ੍ਰਿਕਟ ਨੇ ਮੀਨਸ ਜਿਨ੍ਹਾਂ ਉੱਪਰ ਲਾਗੂ ਹੈ ਵੀ ਤੁਸੀਂ ਇਹ ਅਮਾਉਂਟਸ ਨਹੀਂ ਲਗਾ ਸਕਦੇ। ਜਿਵੇਂ ਐਗਜ਼ਾਮਪਲ ਸਭ ਤੋਂ ਪਹਿਲਾਂ ਪੇਮੈਂਟ ਟੂ ਦੀ ਰਿਲੇਟਿਵਸ ਔਰ ਐਸੋਸੀਏਸ਼ਨ, ਤੁਸੀਂ ਆਪਣੇ ਰਿਸ਼ਤੇਦਾਰਾਂ ਨੂੰ ਪੇਮੈਂਟ ਦੇ ਰਹੇ ਹੋ ਜਾਂ ਫਿਰ ਆਪਣੇ ਨਾਲ ਮਿਲਦੇ ਜੁਲਦੇ ਬੰਦੇ ਜਿਹੜੇ ਤੁਹਾਡੇ ਨਾਲ ਤੁਸੀਂ ਆਪਣੇ ਬੇਸ ਤੇ ਜੋ ਪੈਸਾ ਦਿੱਤਾ ਹੈਗਾ ਉਹ ਤੁਹਾਡਾ ਖਰਚਾ ਨਹੀਂ ਮੰਨਿਆ ਜਾਂਦਾ। ਕੈਸ਼ ਪੇਮੈਂਟਸ ਐਕਸੀਡਿੰਗ 20,000, ਅਗਰ ਤੁਸੀਂ ਕਹਿੰਦਾ ਕੈਸ਼ ਦੀਆਂ ਪੇਮੈਂਟਸ 20,000 ਤੋਂ ਜ਼ਿਆਦਾ ਦੀ ਦੇ ਹਰੇਕ ਬੰਦੇ ਨੂੰ 20,000 ਦੀ ਪਰਸਨ ਦੀ ਅਮਾਉਂਟ ਦੇ ਰਹੇ ਹੋ ਕਿਸੇ ਨੂੰ ਕੈਸ਼ ਤੋਂ ਜ਼ਿਆਦਾ, ਉਹ ਤੁਹਾਡੇ ਖਰਚੇ ਇਦਾਂ ਨਹੀਂ ਮੰਨੀ ਜਾਂਦੀ ਹੈ ਕਿਉਂਕਿ ਰੂਲ ਹੈ ਅਕਾਊਂਟਸ ਦਾ ਵੀ ਜਿਵੇਂ ਤੁਸੀਂ ਕਿਸੇ ਨੂੰ 10,000 ਤੋਂ ਹੁਣ ਤਾਂ ਜਿਵੇਂ GST ਦੇ ਵਿੱਚ ਵੀ 10,000 ਤੋਂ ਅਮਾਊਂਟ ਮੈਕਸਿਮਮ ਹੁੰਦੇ ਤੁਹਾਨੂੰ ਬਾਈ ਚੈੱਕ ਜਾਂ ਆਨਲਾਈਨ ਪੇਮੈਂਟ ਲੈਣੀ ਪੈਣੀ ਹੈਗੀ, ਤੁਸੀਂ ਕੈਸ਼ ਨਹੀਂ ਕਰ ਸਕਦੇ ਹੈਗੇ ਅਗਰ ਕਿਸੇ ਪਾਰਟੀ ਨਾਲ ਡੀਲ ਕਰ ਰਹੇ ਹੈਗੇ ਹੋ। ਤਾਂ ਇਹਨਾਂ ਨੇ ਇਹ ਅਮਾਉਂਟ ਇੱਥੇ ਪੁਰਾਣਾ ਲਿਖਿਆ ਹੈ ਤਾਂ 20,000 ਦਾ ਅਮਾਉਂਟ ਜ਼ਿਆਦਾ ਤੁਸੀਂ ਕਿਹਨੂੰ ਕੈਸ਼ ਪੇਮੈਂਟਸ ਕਰ ਰਹੇ ਹੋ ਇੱਕ ਡੇ ਦੇ ਵਿੱਚ, ਇੱਕ ਦਿਨ ਦਾ 10,000 ਤੋਂ ਉੱਪਰ ਹੈ ਸੈਲਰੀ ਤਾਂ ਵੀ ਉਹ ਕੈਸ਼ ਹੀ ਦਿੰਦੇ ਨੇ। ਜਿਹੜਾ ਰੂਲ ਸੀਗਾ ਪਹਿਲਾਂ ਸੀਗਾ ਵੀ ਤੁਸੀਂ ਇੱਕ ਦਿਨ ਦੇ ਵਿੱਚ ਕਿਸੇ ਨੂੰ ਪੇਮੈਂਟਸ 20,000 ਤੋਂ ਜ਼ਿਆਦਾ ਨਹੀਂ ਹੈ। ਬਹੁਤ ਸਾਰੀਆਂ ਪਾਰਟੀਆਂ ਕੀ ਕਰਦੀਆਂ ਸੀ ਜਿਵੇਂ ਕਿਸੇ ਤੋਂ ਪੇਮੈਂਟ ਲੈਣੀ ਦੇਣੀ ਹੈ ਤਾਂ ਰੋਜ਼ ਡੇਲੀ ਬੇਸ ਤੇ ਐਂਟਰੀ ਪਾ ਲੈਂਦੇ ਸੀਗੇ 20,000 ਰੁਪਏ ਰਿਸੀਵ ਕਰ ਲੈ ਜੀ ਡੇਲੀ ਬੇਸ ਤੇ, ਉਧਰਲੀ ਪਾਰਟੀ ਨੂੰ ਵੀ ਉਹ ਅਕਾਊਂਟ ਕੰਮ ਤਾਂ ਕੋਈ ਵੀ ਬੰਦਾ ਕਰ ਲੈਂਦਾ ਲੇਕਿਨ ਰੂਲ ਨਹੀਂ ਹੈਗਾ। ਹੁਣ ਜਿਹੜਾ ਟਾਈਮ ਹੈ ਅੱਜ ਦੇ ਟਾਈਮ 'ਚ GST 'ਚ ਰੂਲ ਹੈਗਾ ਵੀ ਤੁਸੀਂ 10,000 ਤੋਂ ਜ਼ਿਆਦਾ ਪੇਮੈਂਟ ਨਹੀਂ। ਹੁਣ ਕਿਸੇ ਪਾਰਟੀ ਤੋਂ ਲੱਖ ਰੁਪਏ ਲੈਣਾ ਹੈ ਜਾਂ 50,000 ਲੈਣੇ ਨੇ ਅਗਲਾ ਕਹਿੰਦਾ ਮੈਂ ਤਾਂ ਕੈਸ਼ ਹੀ ਦਊਂਗਾ, ਉਹ ਐਂਟਰੀ ਕੀ ਕਰਦੇ ਨੂੰ ਤਾਂ 10,000 ਡੇਲੀ ਬੇਸ ਤੇ ਪਾ ਦਿੰਦੇ ਨੇ, ਸਲਿੱਪਾਂ ਕੱਟ ਦਿੰਦੇ ਨੇ ਅਲੱਗ-ਅਲੱਗ ਦਿਨ ਦੀਆਂ ਤਾਂ 10,000 ਦੀ ਐਂਟਰੀ ਪੈ ਜਾਂਦੀ ਹੈ ਲੇਕਿਨ ਰੂਲ ਨਹੀਂ ਹੈਗਾ ਵੀ ਅਸੀਂ ਕਿਸੇ ਨੂੰ ਟਾਈਮ ਵੀ ਤਾਂ ਇੰਨਾ ਲੱਗਦਾ ਹੁਣ ਜਿਹਨੇ ਲੱਖਾਂ ਦੀ ਪੇਮੈਂਟ ਉਹ ਤਾਂ ਫਿਰ ਉਹ ਤਾਂ ਦਿੰਦੀ ਆਨਲਾਈਨ ਨੇ, ਉਹ ਤਾਂ ਕੈਸ਼ ਦੇ ਵਿੱਚ ਪੈਂਦੀ ਹੀ ਨਹੀਂ ਹੈ। ਹੁਣ ਕਿਸੇ ਦਾ 1 ਲੱਖ ਦੀ ਪੇਮੈਂਟ ਹੋਊਗੀ ਉਹ ਥੋੜੀ ਹੁਣ ਪਾਊਗਾ, ਉਹਨੇ ਤਾਂ ਫਿਰ ਕੈਸ਼ ਨਹੀਂ ਪਾਣਾ ਹੈਗਾ, ਉਹਨੇ ਤਾਂ ਆਨਲਾਈਨ ਹੀ ਟ੍ਰਾਂਸਫਰ ਦੇਣੀ ਹੈਗੀ। ਰਿਸਟ੍ਰਿਕਸ਼ਨ ਔਨ ਕੰਟਰੀਬਿਊਸ਼ਨ ਬਾय ਦੀ EMPLOYE ਨॉन ਪ੍ਰੋਸਟੇਟਿਵ ਫੰਡਸ, ਮੰਨ ਲਓ EMPLOYEਜ਼ ਜਾਂ ਫਿਰ EMPLOYERS ਕੋਈ ਨॉन ਮੋਨੇਟਰੀ ਫੰਡਸ ਹੋ ਗਏ ਜਾਂ ਫਿਰ ਨॉन ਗਵਰਨਮੈਂਟ ਨੇ ਨਹੀਂ ਕਿਹਾ ਹੋਇਆ ਵੀ ਤੁਸੀਂ ਉਹ ਫੰਡ ਦੇ ਵਿੱਚ ਪੈਸੇ ਲਗਾਓ, ਜਿਵੇਂ ਹੁਣ ਪ੍ਰੋਵੀਡੈਂਟ ਫੰਡ ਤਾਂ ਹੈਗਾ ਗਵਰਨਮੈਂਟ ਕਹਿੰਦੀ ਵੀ ਤੁਸੀਂ ਲਗਾਓ ਤਾਂ ਤੁਹਾਡੀ ਸੈਲਰੀ ਹੈਡ ਦੇ ਵਿੱਚ ਚਲਾ ਜਾਣਾ। ਹੁਣ ਗਵਰਨਮੈਂਟ ਕਹੇ ਵੀ ਕੋਈ ਖਰਚੇ ਹੋਈਆਂ ਗਵਰਨਮੈਂਟ ਆਪਣੇ EMPLOYE ਦਾ ਕੋਈ ਖਾਤੇ ਖੁਲਵਾ ਦੇ ਉੱਥੇ ਪੈਸੇ ਪਾਈ ਜਾਂਦੀ ਹੈ ਕੰਪਨੀ ਪਾਈ ਜਾਂਦੀ ਹੈਗੀ ਹੈ, ਉਹ ਵਾਲੇ ਖਰਚੇ ਤੁਹਾਡੇ ਕਿੰਨਾ ਰਿਸਟ੍ਰਿਕਟਡ ਨੇ, ਤੁਸੀਂ ਆਪਣੇ ਬੇਸ ਤੇ ਦਿੱਤਾ ਨਾ ਤੁਸੀਂ ਉਹ ਖਰਚਿਆਂ ਦੇ ਵਿੱਚ ਨਹੀਂ ਲੈ ਸਕਦੇ ਹੈਗੇ। ਡਿਸਅਲਾਊਡ ਆਫ ਅਨਪੇਡ ਸਟੈਚੂਟਰੀ ਲਾਇਬਿਲਿਟੀਜ਼, ਤੁਹਾਡੀ ਕੋਈ ਲਾਇਬਿਲਿਟੀ ਖੜੀਆਂ ਨੇ ਤੁਸੀਂ ਜਿਹੜੀਆਂ ਮੀਨਸ ਸਾਰੇ ਖਰਚੇ ਪੇਬਲ ਹੁੰਦੇ ਨੇ ਜਿਹੜੇ ਐਗਜ਼ਾਮਪਲ ਅਸੀਂ ਬੈਲੈਂਸ ਸ਼ੀਟ ਦੇ ਵਿੱਚ ਦਿਖਾਉਂਦੇ ਆ ਵੀ ਟੈਕਸ ਪੇਬਲ ਹੋ ਗਿਆ ਜਾਂ ਫਿਰ ਕਿਸੇ ਲੋਨ ਦੀ ਅਮਾਉਂਟਸ ਪੇਬਲ ਹੋ ਗਈ, ਕੁਝ ਵੀ ਤੁਹਾਡਾ ਅਨਪੇਬਲ ਹੈ ਜਿਹੜੀ ਤੁਸੀਂ ਅਜੇ ਪੇ ਨਹੀਂ ਕੀਤੇ ਹੈਗੇ ਤੁਸੀਂ ਉਹ ਖਰਚੇ ਕਰਨਾ ਨਹੀਂ ਇਹਦੇ ਵਿੱਚ ਐਡ ਕਰ ਸਕਦੇ। ਐਗਜ਼ਾਮਪਲ ਇਹ ਹੈਗਾ ਟੈਕਸ ਡਿਊਟੀ ਸੈਸ ਫੀਸ ਪੇਬਲ ਅੰਡਰ ਐਨੀ ਲਾਅ, ਕਿਸੇ ਪ੍ਰਕਾਰ ਦਾ ਕੋਈ ਟੈਕਸ ਹੋ ਗਿਆ ਕੋਈ ਡਿਊਟੀ ਹੋ ਗਈ ਕਿਸੇ ਵੀ ਪ੍ਰਕਾਰ ਦੇ ਗਵਰਨਮੈਂਟ ਦੇ ਰੂਲ ਦੇ ਅੰਡਰ ਕੋਈ ਫੀਸ ਪੇਬਲ ਹੈ ਉਹ ਤੁਹਾਨੂੰ ਡਿਸਅਲਾਉਡ ਹੈ, ਤੁਸੀਂ ਉਹਦੇ ਵਿੱਚ ਐਂਟਰੀ ਪਾਸ ਨਹੀਂ ਕਰ ਸਕਦੇ। ਕੋਈ ਬੋਨਸ ਕਮਿਸ਼ਨ ਟੂ EMPLOYEਜ਼ ਜਿਹੜੇ ਪੇਬਲ ਨੇ ਉਹ ਨਹੀਂ, ਜਿਹੜੇ ਤੁਸੀਂ ਪੇ ਕਰਦੇ ਉਹ ਤਾਂ ਖਰਚੇ ਦੇ ਵਿੱਚ ਪੈ ਜਾਂਦੇ, ਜਿਹੜੇ ਪੇਬਲ ਨੇ ਤੁਸੀਂ ਉਹਨੂੰ ਨਹੀਂ ਐਡ ਕਰਵਾਓਗੇ। ਇੰਟਰਸਟ ਟੂ ਦੀ ਪਬਲਿਕ ਫਾਈਨੈਂਸ਼ੀਅਲ ਇੰਸਟੀਟਿਊਸ਼ਨ, ਕਿਸੇ ਵੀ ਪਬਲਿਕ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਨੂੰ ਤੁਹਾਡਾ ਕੋਈ ਇੰਟਰਸਟ ਪੇਬਲ ਹੈ ਜਦੋਂ ਤੁਸੀਂ ਪੇ ਕਰ ਦੋਗੇ ਫਿਰ ਹੀ ਤੁਹਾਡਾ ਉਹ ਖਰਚਾ ਮੰਨਿਆ ਜਾਣਾ ਹੈਗਾ, ਅਦਰਵਾਈਜ਼ ਉਹ ਖਰਚਾ ਨਹੀਂ ਮੰਨਿਆ ਜਾਂਦਾ ਹੈਗਾ। ਤਾਂ ਇਹ ਸੀਗੇ ਖਰਚੇ ਜਿਹੜੇ ਤੁਹਾਡੇ ਮੀਨਸ ਪਲੱਸ ਮਾਈਨਸ ਤੁਸੀਂ ਨਾਲ ਦੇਖਣਗੇ। ਜਿਹੜੇ ਡਿਸਅਲਾਉਡ ਦੇ ਵਿੱਚ ਆ ਗਿਆ ਸੀ ਜਦੋਂ ਕੋਈ ਕੁਐਸਚਨ ਸਾਨੂੰ ਆਊਗਾ ਅਸੀਂ ਦੇਖਾਂਗੇ ਕਿ ਡਿਸਅਲਾਉਡ ਹੈ ਵੈਸੇ ਇਹਨਾਂ ਨੂੰ ਐਡ ਇਹਦੇ ਵਿੱਚ ਕਰਨਾ ਪੈਣਾ ਜਾਂ ਨਹੀਂ ਕਰਨਾ ਪੈਣਾ। ਫਿਰ ਤੁਹਾਡੇ ਕੋਲ ਇਹਦੇ ਵਿੱਚ ਆ ਰਿਹਾ ਡੈਪਰੀਸੀਏਸ਼ਨ,
ਡੈਪਰੀਸ਼ੀਏਸ਼ਨ ਵੀ ਅਸੀਂ ਪਹਿਲਾਂ ਬਹੁਤ ਵਾਰ ਪੜਿਆ ਹੋਇਆ। ਡੈਪਰੀਸ਼ੀਏਸ਼ਨ ਕੀ ਹੁੰਦੀ ਹੈ? ਪਰਮਾਨੈਂਟ ਡਿਕਰੀਜ਼ਿੰਗ ਦੀ ਵੈਲਿਊ ਆਫ ਫਿਕਸ ਐਸੈਟਸ। ਜਿਹੜੀਆਂ ਫਿਕਸ ਐਸੈਟਸ ਹੁੰਦੀਆਂ ਉਹਨਾਂ ਦੀ ਵੈਲਿਊ ਜੋ ਪਰਮਾਨੈਂਟ ਡਿਕਰੀਜ਼ ਹੋ ਜਾਂਦੀ ਹੈ। ਗਵਰਨਮੈਂਟ ਦੇ ਰੂਲ ਦੇ ਅਕੋਰਡਿੰਗ ਇਹਨਾਂ ਦੇ ਰੇਟ ਸੈਟਅਪ ਹੁੰਦੇ ਨੇ ਵੀ ਕਿ ਫਰਨੀਚਰ ਦੇ ਉੱਪਰ 10% ਹੈ ਜਾਂ ਫਿਰ ਅਲੱਗ-ਅਲੱਗ ਜਿਵੇਂ ਪਰਸੈਂਟੇਜ 10% 15% ਮੇਰੇ ਖਿਆਲ ਦੋ ਕੀ ਰੇਟ ਦੇ ਅਕੋਰਡਿੰਗ ਹੀ ਹੈ। ਇਸ ਤੋਂ ਜ਼ਿਆਦਾ ਤੁਸੀਂ 40 ਹੈ ਕੰਪਿਊਟਰ ਦੇ ਚਾਰੇ ਬਸ ਇਸ ਤੋਂ ਜ਼ਿਆਦਾ ਸਾਡਾ ਨਹੀਂ ਹੈਗਾ ਵੀ ਮੀਨਸ ਰੇਟ ਜੋ ਸਾਡੇ ਕੋਲ ਐਸੈਟਸ ਹੋਣਗੀਆਂ ਉਸ ਦੇ ਅਕੋਰਡਿੰਗ ਮਾਈਨਸ ਹੁੰਦਾ ਹੈ। ਇਹਦੇ ਵਿੱਚ ਕਹਿੰਦਾ ਸਾਡੇ ਕੋਲ ਜ਼ਰੂਰੀ ਹੈਗੀਆਂ ਕੰਡੀਸ਼ਨ ਫॉर ਅਲਾਉਇੰਗ ਡੈਪਰੀਸ਼ੀਏਸ਼ਨ। ਕਿਹੜੀਆਂ ਕੰਡੀਸ਼ਨ ਸਾਡੇ ਕੋਲ? ਸਭ ਤੋਂ ਪਹਿਲਾਂ ਕਹਿੰਦਾ ਦੇਖੋ ਕਿਹੜੀਆਂ ਕਲਾਸੀਫਿਕੇਸ਼ਨ ਆਫ ਐਸੈਟਸ। ਸਾਨੂੰ ਕਹਿੰਦਾ ਆਪਣੀ ਐਸੈਟਸ ਪਹਿਲਾਂ ਕਲਾਸੀਫਾਈਡ ਕਰਨੀਆਂ ਪੈਣਗੀਆਂ ਵੀ ਸਾਡੇ ਕੋਲ ਕਿਹੜੀਆਂ ਐਸੈਟਸ ਨੇ। ਵੀ ਤੁਸੀਂ ਹੁਣ ਐਦਾਂ ਦਾ ਨਹੀਂ ਉਦਾਂ ਹੀ ਆ ਕੇ ਕਹਿ ਦੋ ਵੀ ਮੇਰੇ ਕੋਲ ਆਹ ਵਾਲੀਆਂ ਐਸੈਟਸ ਨੇ ਮੇਰਾ ਬਸ ਡੈਪਰੀਸ਼ੀਏਸ਼ਨ ਲਗਾ ਦਿਓ। ਸਾਨੂੰ ਹਰੇਕ ਚੀਜ਼ ਅਲੱਗ ਤੋਂ ਦੱਸਣੀ ਪਏਗੀ। ਹੁਣ ਐਗਜ਼ਾਮਪਲ ਜਿਵੇਂ ਨਾਲ ਲਿਖਿਆ ਹੈਗਾ ਟੈਂਜੀਬਲ ਐਸੈਟਸ ਨੇ ਬਿਲਡਿੰਗ ਮਸ਼ੀਨਰੀ ਪਲਾਂਟ ਫਰਨੀਚਰ। ਇੱਕ ਇਨਟੈਂਜੀਬਲ ਵੀ ਨੇ ਲਾਈਕ ਜਿਵੇਂ ਪੇਟੈਂਟ ਰਾਈਟ ਹੋ ਗਿਆ, ਕਾਪੀਰਾਈਟ ਹੋ ਗਿਆ, ਟ੍ਰੇਡਮਾਰਕ ਹੋ ਗਿਆ, ਗੁੱਡਵਿਲ ਹੋ ਗਿਆ, ਫਰੈਂਚਾਈਜ਼ੀ ਹੋ ਗਿਆ। ਤੁਸੀਂ ਕਹੋਗੇ ਵੀ ਇਹਨਾਂ ਹੁਣ ਸਾਨੂੰ ਡੈਪਰੀਸ਼ੀਏਸ਼ਨ ਲਗਾਉਣਾ ਹੈ, ਉਹ ਪਹਿਲਾਂ ਸਾਨੂੰ ਦੇਖਣਾ ਪਏਗਾ ਵੀ ਕਿਹੜੀ ਚੀਜ਼ਾਂ ਦੇ ਉੱਪਰ ਐਲੀਜੀਬਿਲਟੀ ਹੈਗੀ ਹੈ। ਹੁਣ ਗੁੱਡਵਿਲ ਹੈ ਐਗਜ਼ਾਮਪਲ ਐਸੇ ਕਾਫੀ ਕੰਪਨੀਆਂ ਦਿਖਾਈ ਹੁੰਦੀ ਹੈ ਐਸੈਟਸ ਲੇਕਿਨ ਉਹਦੇ ਉੱਪਰ ਤਾਂ ਕੋਈ ਲੱਗਦਾ ਨਹੀਂ ਹੈ। ਸਾਨੂੰ ਇਹ ਦੇਖਣਾ ਪਊਗਾ ਵੀ 31 ਮਾਰਚ 1998 ਤੋਂ ਬਾਅਦ ਕਿਹੜੀਆਂ ਐਸੈਟਸ ਹੈਗੀਆਂ ਨੇ ਜਿਹੜਾ ਰੂਲ ਬਣਿਆ ਸੀ ਗਵਰਨਮੈਂਟ ਦੀ ਤਰਫ ਤੋਂ ਵੀ ਕਿਹਦੇ ਉੱਪਰ ਸਾਡਾ ਟੈਕਸ ਜੋ ਹੈ ਲੱਗ ਰਿਹਾ। ਸਭ ਤੋਂ ਪਹਿਲਾਂ ਜਿਵੇਂ ਆ ਰਿਹਾ ਪਲਾਂਟ। ਫਿਰ ਸਰ ਜਿਹੜੀ ਕੰਪਨੀ ਦੇ ਵਿੱਚ ਮਸ਼ੀਨਰੀ ਲੱਗੀ ਹੁੰਦੀ ਹੈ ਫਿਰ ਉਹਤੇ ਵੀ ਟੈਕਸ ਲੱਗਦਾ ਹੈ? ਮਸ਼ੀਨਰੀ ਅਗਰ ਤੁਹਾਡੀ ਫਿਕਸ ਐਸੈਟ ਦਿਖਾਈਏ ਤੁਸੀਂ ਉਹਦੇ ਉੱਪਰ ਡੈਪਰੀਸ਼ੀਏਸ਼ਨ ਲੱਗੂਗੀ। ਅਗਰ ਤੁਸੀਂ ਦਿਖਾਵਾਂਗੇ ਫਿਰ ਹੋਰ ਕੀ ਕੁਝ ਕੰਪਨੀ ਇਦਾਂ ਹੁੰਦੀਆਂ ਵੀ ਐਸੈਟ ਲੈ ਕੇ ਆ ਗਈ ਉਹਨਾਂ ਨੂੰ ਫਿਕਸ ਐਸੈਟ ਨਹੀਂ ਦਿਖਾਈ ਬਾਅਦ ਚ ਉਹਦੀ ਸੇਲ ਵੀ ਦਿਖਾ ਦਿੰਦੇ ਨੇ ਵੀ ਸੇਲ ਪਰਚੇਜ਼ ਕਰ ਲਈ ਫਿਰ ਥੋੜੀ ਤੁਸੀਂ ਕਰੋਗੇ। ਅਗਰ ਤੁਸੀਂ ਫਿਕਸ ਐਸੈਟ ਲਈ ਹੈ ਫਸਟ ਤਾਂ ਉਹਦਾ ਤੁਹਾਨੂੰ ਰਿਬੇਟ ਵੀ ਨਹੀਂ ਮਿਲਦਾ ਹੁੰਦਾ ਫਿਰ ਤਾਂ ਤੁਹਾਡੇ ਬਿਜ਼ਨਸ ਲਈ ਕੰਮ ਆ ਜਾਂਦੀ ਹੈ। ਫਿਰ ਤੁਸੀਂ ਉਹਦੇ ਉੱਪਰ ਸਿਰਫ ਡੈਪਰੀਸ਼ੀਏਸ਼ਨ ਲਗਾ ਸਕਦੇ ਹੋ। ਠੀਕ ਹੈ। ਹੁਣ ਪਲਾਂਟ ਹੈ, ਪਲਾਂਟ ਦੇ ਵਿੱਚ ਉਹਨਾਂ ਨੇ ਕਿਹਾ ਵੀ ਪਲਾਂਟ ਕਹਿੰਦਾ ਤੁਹਾਡਾ ਕੋਈ ਵੀ ਹੋ ਸਕਦਾ ਹੈ। ਹੋਟਲ ਦੇ ਵਿੱਚ ਲੈ ਲਿਆ, ਕਿਤੇ ਵੀ ਤੁਹਾਡਾ ਕੋਈ ਇਲੈਕਟ੍ਰੀਕਲ ਸਪਲਾਈ ਕਿਸੇ ਵੀ ਪ੍ਰਕਾਰ ਦਾ ਮੀਨਸ ਪਲਾਂਟ ਦਾ ਤੁਸੀਂ ਕੋਈ ਕੰਮ ਕਰ ਰਹੇ ਹੋ ਤੁਹਾਡਾ ਪਲਾਂਟ ਦੇ ਉੱਪਰ ਡੈਪਰੀਸ਼ੀਏਸ਼ਨ ਲੱਗੂਗੀ। ਮੀਨਸ ਤੁਹਾਡੇ ਕੋਲ ਜੋ ਜਗ੍ਹਾ ਹੈ ਉਹਦੇ ਉੱਪਰ ਡੈਪਰੀਸ਼ੀਏਸ਼ਨ ਲੱਗਣੀ ਹੈ। ਕੋਈ ਪਲੇਸ ਪਲਾਂਟ ਕਹਿੰਦਾ ਤੁਸੀਂ ਕਿਸੇ ਲਈ ਮਰਜ਼ੀ ਯੂਜ਼ ਕਰ ਲਓ। ਤੁਸੀਂ ਬਿਜ਼ਨਸ ਐਂਡ ਪ੍ਰੋਫੈਸ਼ਨ ਲਈ ਕੋਈ ਠੇਕੇ ਤੇ ਕਿਸੇ ਨੇ ਦਿੱਤੀ ਹੋਈ ਹੈ ਜਿੱਥੇ ਮਰਜ਼ੀ ਤੁਸੀਂ ਯੂਜ਼ ਕਰ ਰਹੇ ਹੈਗੇ ਉਹ ਤੁਹਾਡੇ ਕੋਲ ਪਲਾਂਟ ਦੇ ਉੱਪਰ ਲੱਗ ਜੂਗੀ। ਕੋਈ ਫਰਨੀਚਰ ਹੈ ਤੁਹਾਡਾ ਉਹਦੇ ਉੱਪਰ ਡੈਪਰੀਸ਼ੀਏਸ਼ਨ ਲੱਗ ਰਹੀ ਹੈ। ਜ਼ਰੂਰੀ ਹੈ ਕਿ ਤੁਸੀਂ ਆਪਣੇ ਐਸੈਟਸ ਦੀ ਪਹਿਲਾਂ ਤੋਂ ਹੀ ਪਹਿਚਾਣ ਕਰ ਲਓ। ਕੋਈ ਇਦਾਂ ਦੀ ਐਸੈਟ ਨਾ ਹੋਵੇ ਜਿਹਦੇ ਉੱਪਰ ਟੈਕਸ ਨਹੀਂ ਲੱਗਦੀ ਮੀਨਸ ਡੈਪਰੀਸ਼ੀਏਸ਼ਨ ਨਹੀਂ ਲੱਗਦੀ ਹੈਗੀ। ਫਿਰ ਆਂਦਾ ਵੀ ਸਾਡੇ ਕੋਲ ਬੇਸਿਸ ਆਫ ਡੈਪਰੀਸ਼ੀਏਸ਼ਨ। ਡੈਪਰੀਸ਼ੀਏਸ਼ਨ ਦੇ ਕਿਹੜੇ ਹਿਸਾਬ ਨਾਲ ਕਰ ਸਕਦੇ ਹਾਂ? ਦੋ ਪ੍ਰਕਾਰ ਦੇ ਕੋਸਟ ਡੈਪਰੀਸ਼ੀਏਸ਼ਨ ਸਾਡੇ ਕੋਲ ਆਂਦੀ ਹੈ। ਰਿਟਨ ਡਾਊਨ ਵੈਲਿਊ ਮੈਥਡ ਆਂਦਾ ਹੈ, ਇੱਕ ਡਾਇਰੈਕਟ ਮੈਥਡ ਆਂਦਾ ਜਿਹਨੂੰ ਅਸੀਂ ਫਿਕਸਡ ਮੈਥਡ ਵੀ ਕਹਿੰਦੇ ਹਾਂ। ਮੀਨਸ ਸਾਡਾ ਫਿਕਸ ਪਰਸੈਂਟੇਜ ਸੈਟਲ ਹੁੰਦੀ ਹੈ ਵੀ ਅਸੀਂ ਹਰ ਸਾਲ ਉਹਨੂੰ ਘਟਾ ਲੈਂਦੇ ਹਾਂ। ਵੈਸੇ ਮੋਸਟਲੀ ਕੰਪਨੀ ਕੰਮ ਕਰਦੀਆਂ ਨੇ ਰਿਟਨ ਡਾਊਨ ਨਾਲ ਕਿਉਂਕਿ ਰਿਟਨ ਡਾਊਨ ਨਾਲ ਹੀ ਮੋਸਟਲੀ ਪ੍ਰੋਪਰ ਐਸੈਟ ਦੀ ਵੈਲਿਊ ਨਿਕਲਦੀ ਰਹਿੰਦੀ ਹੈ। ਤੁਸੀਂ ਹੁਣ ਕੋਈ ਐਸੈਟ ਲੈ ਕੇ ਆ ਜਾਓ ਤੁਸੀਂ ਕਿ ਮੈਂ 10 ਸਾਲ 'ਚ ਖਤਮ ਕਰਨੀ ਹੈ ਇਦਾਂ ਕਦੀ ਹੁੰਦਾ ਨਹੀਂ ਹੈਗਾ। ਉਹ ਤਾਂ ਫਿਰ ਫਿਕਸ ਚਾਰਜ ਹੋ ਗਏ ਹਰ ਸਾਲ ਜਿਵੇਂ 1000 ਰੁਪਏ ਘਟਾਉਂਦੇ ਚਲੇ ਗਏ। ਕੋਈ 10,000 ਦੀ ਐਸੈਟਸ ਹੈ ਹਰ ਸਾਲ 1000 ਰੁਪਏ ਘਟਾਉਂਦੇ ਚਲੇ ਗਏ 10ਵੇਂ ਸਾਲ ਜੀ ਜ਼ੀਰੋ ਹੋਣੀ ਵੈਲਿਊ। ਹਰ ਕੰਪਨੀਆਂ ਰਿਟਨ ਡਾਊਨ ਹੀ ਯੂਜ਼ ਕਰਦੀਆਂ ਨੇ। ਹਮੇਸ਼ਾ ਯਾਦ ਰੱਖੋ ਕਿ ਜਿਹੜਾ ਤੁਹਾਡੀ ਰਿਟਨ ਡਾਊਨ ਹੈ ਹਮੇਸ਼ਾ ਐਕਚੁਅਲ ਵੈਲਿਊ ਦੇ ਉੱਪਰ ਹੀ ਲੱਗਦਾ ਹੈ ਕਿਉਂਕਿ ਐਕਚੁਅਲ ਵੈਲਿਊ ਨਿਕਲ ਕੇ ਸਾਡੇ ਕੋਲ ਆਉਂਦੀ ਰਹਿੰਦੀ ਹੈ ਕਿ ਜਿਹੜਾ ਰਿਟਨ ਡਾਊਨ ਵੈਲਿਊ ਮੈਥਡ ਹੋਊਗਾ ਲਾਸਟ ਤੇ ਤੁਹਾਡੀ ਵੈਲਿਊ ਐਸੈਟ ਦੀ ਵੈਲਿਊ ਸਕ੍ਰੈਪ ਵੈਲਿਊ ਵੀ ਨਿਕਲ ਜਾਂਦੀ ਹੈ। ਲੇਕਿਨ ਜਿਹੜਾ ਫਿਕਸਡ ਹੋਊਗਾ ਉਹਦੇ ਵਿੱਚ ਤਾਂ ਲਾਸਟ ਉਹਨੇ ਜਾ ਕੇ ਜ਼ੀਰੋ ਵੀ ਹੋ ਜਾਂਦੀ ਹੈ ਕਿਉਂਕਿ ਕਈ ਵਾਰ ਸਾਡੇ ਕੋਲ ਐਸੈਟ ਚੱਲਦੀ ਰਹੇ ਅਸੀਂ ਤਾਂ ਉਹਨੂੰ ਐਸੈਟ ਨੂੰ ਜ਼ੀਰੋ ਕਰਕੇ ਬੈਠ ਜਾਈਏ ਇਦਾਂ ਨਹੀਂ ਹੁੰਦਾ। ਤਾਂ ਮੋਸਟਲੀ ਕੰਪਨੀ ਦਾ ਰੂਲ ਇਹੀ ਹੈ ਕਿ ਤੁਸੀਂ ਨਾਰਮਲੀ ਜਿਹੜੀ ਡੈਪਰੀਸ਼ੀਏਸ਼ਨ ਲਗਾਓਗੇ ਉਹ ਹੈਗੀ ਹੈ ਰਿਟਨ ਡਾਊਨ ਵੈਲਿਊ ਮੈਥਡ। ਇਹਦੇ ਲਈ ਸਾਨੂੰ ਕੋਈ ਪ੍ਰੈਕਟੀਕਲ ਲੱਗ ਤੋਂ ਕਰਨ ਦੀ ਲੋੜ ਨਹੀਂ ਹੈ ਕਿਉਂਕਿ ਡੈਪਰੀਸ਼ੀਏਸ਼ਨ ਦਾ ਪ੍ਰੈਕਟੀਕਲ ਅਸੀਂ ਪਹਿਲਾਂ ਵੀ ਬਹੁਤ ਵਾਰੀ ਕਰਿਆ ਹੋਇਆ ਹੈ। ਕੁਝ ਸਿੰਪਲ ਜਿਹਾ ਹੁੰਦਾ ਇਹਦੇ ਸਾਨੂੰ ਕੁਝ ਲੱਗ ਤੋਂ ਕਰਨ ਦੀ ਲੋੜ ਤਾਂ ਹੁੰਦੀ ਨਹੀਂ। ਡੈਪਰੀਸ਼ੀਏਸ਼ਨ ਇੱਕ ਖਾਣਾ ਸਾਡੀ ਹਰ ਚੱਲਦੀ ਹੈ। ਮੈਨੂੰ ਪਲੱਸ 2 ਚ ਬਹੁਤ ਔਖੀ